ਸਟੂਡੈਂਟਸ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਮਿਸ਼ਨ NTSC ਦੇ ਵਿੱਚ ਸੈਕਿੰਡ ਆਪਾਂ MCQ ਸੀਰੀਜ਼ ਲੈ ਕੇ ਤੁਹਾਡੇ ਸਾਹਮਣੇ ਮੈਂ ਹਾਜ਼ਰ ਹੋਇਆ। ਆਪਾਂ ਨਾਲ ਦੀ ਨਾਲ ਤਾਂ MTSC ਦੇ ਕੁਐਸਚਨਸ ਦੀ ਰਿਵੀਜ਼ਨ ਵੀ ਕਰਾਂਗੇ ਔਰ ਨਾਲ ਦੀ ਨਾਲ ਆਪਾਂ ਜਿਹੜਾ ਐਸਿਡ ਬੇਸਿਸ ਐਂਡ ਸਾਲਟ ਹੈ ਉਸਦੀ ਕੁਝ ਥਿਊਰੀ ਬਾਰੇ ਵੀ ਕੁਝ ਕੁਐਸਚਨਸ ਦੇ ਵਿੱਚ ਆਪਾਂ ਜਾ ਕੇ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਆਪਾਂ ਨੂੰ ਦੋਨਾਂ ਪਾਸੇ ਕੰਮ ਆਊਗਾ, 10th ਕਲਾਸ ਦੇ ਵਿੱਚ ਵੀ ਕੰਮ ਆਉਣਾ ਹੈ ਔਰ NTSC ਦੇ ਵਿੱਚ ਵੀ ਕੰਮ ਆਉਣਾ ਹੈ। ਸੋ ਆਪਾਂ ਬਿਨਾਂ ਟਾਈਮ ਵੇਸਟ ਕਰਦੇ ਹੋਏ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ। ਪਹਿਲਾ ਕੁਐਸਚਨ ਹੈ ਜੀ, ਵਿਚ ਵਨ ਇਜ਼ ਦਾ ਮਿਨਰਲ ਐਸਿਡ। ਦੋ ਤਰ੍ਹਾਂ ਦੇ ਐਸਿਡ ਹੁੰਦੇ ਨੇ ਜੀ, ਆਰਗੈਨਿਕ ਐਸਿਡ ਹੁੰਦਾ ਇੱਕ ਹੁੰਦਾ ਮਿਨਰਲ ਐਸਿਡ। ਆਰਗੈਨਿਕ ਐਸਿਡ ਦਾ ਮਤਲਬ ਹੁੰਦਾ ਹੈ ਉਹ ਐਸਿਡ ਜੋ ਆਪਾਂ ਨੂੰ ਲਿਵਿੰਗ ਥਿੰਗਸ ਤੋਂ ਮਿਲਦਾ ਹੈ, ਇਨਕੀ ਜਾਂ ਤਾਂ ਪਲਾਂਟਸ ਤੋਂ ਮਿਲਦਾ ਹੈ ਜਾਂ ਐਨੀਮਲਸ ਤੋਂ ਮਿਲਦਾ ਹੈ। ਔਨ ਦੀ ਅਦਰ ਹੈਂਡ ਸਾਈਡ ਮਿਨਰਲ ਐਸਿਡ ਉਹ ਐਸਿਡ ਹੁੰਦਾ ਹੈ ਜੋ ਸਾਨੂੰ ਨੋਨ ਲਿਵਿੰਗ ਥਿੰਗ ਤੋਂ ਮਿਲਦਾ ਹੈ। ਸੋ ਇੱਥੇ ਆਪਸ਼ਨਸ ਕਿਹੜੀਆਂ ਨੇ? ਐਸਿਟਿਕ ਐਸਿਡ ਹੈ, ਸਿਟਰਿਕ ਐਸਿਡ ਹੈ, ਹਾਈਡਰੋਕਲੋਰਿਕ ਐਸਿਡ ਹੈ ਔਰ ਆਕਜ਼ੈਲਿਕ ਐਸਿਡ ਹੈ। ਸੋ ਇੱਥੇ ਜਿਹੜਾ ਹਾਈਡਰੋਕਲੋਰਿਕ ਐਸਿਡ ਹੈ ਉਹ ਇੱਕ ਮਿਨਰਲ ਐਸਿਡ ਹੈ। ਇਹ ਆਪਾਂ ਨੂੰ ਲਿਵਿੰਗ ਥਿੰਗ ਤੋਂ ਨਹੀਂ ਮਿਲਦਾ, ਬਾਕੀ ਜਿੰਨੇ ਵੀ ਨੇ ਉਹ ਲਿਵਿੰਗ ਥਿੰਗ ਤੋਂ ਮਿਲਦੇ ਨੇ। ਜਿਵੇਂ ਸਿਟਰਿਕ ਐਸਿਡ ਜਿਹੜਾ ਹੁੰਦਾ ਉਹ ਫਰੂਟਸ ਤੋਂ ਮਿਲਦਾ ਹੈ ਨਾ। ਸੋ ਐਸਟਿਕ ਐਸਿਡ ਵੀ ਆਪਾਂ ਖਾਣ ਦੀ ਚੀਜ਼ਾਂ ਦੇ ਵਿੱਚ ਵਰਤੋਂ ਕਰਦੇ ਹਾਂ, ਆਕਜ਼ੈਲਿਕ ਐਸਿਡ ਵੀ ਆਪਾਂ ਖਾਣ 'ਚ ਯੂਜ਼ ਕਰਦੇ ਹਾਂ। ਸੋ ਹਾਈਡਰੋਕਲੋਰਿਕ ਐਸਿਡ ਇਜ਼ ਦਾ ਰਾਈਟ ਆਂਸਰ। ਸੋ ਪਹਿਲਾ ਆਪਾਂ ਨੂੰ ਕੁਐਸਚਨ ਦਾ ਆਂਸਰ ਮਿਲ ਗਿਆ ਹਾਈਡਰੋਕਲੋਰਿਕ ਐਸਿਡ। ਸੈਕਿੰਡ ਕੁਐਸਚਨ ਆ ਗਿਆ ਜੀ ਆਪਣੇ ਕੋਲ। ਦਿਸ ਇਜ਼ ਆਲਸੋ ਅ ਵੈਰੀ ਇੰਟਰਸਟਿੰਗ ਕੁਐਸਚਨ। ਕਹਿੰਦਾ ਟੋਮੈਟੋ ਇਜ਼ ਦਾ ਨੈਚੁਰਲ ਸੋਰਸ ਆਫ ਵਿਚ ਐਸਿਡ। ਟਮਾਟਰ ਦੇ ਵਿੱਚ ਕਿਹੜਾ ਐਸਿਡ ਹੁੰਦਾ ਜੀ? ਟਮਾਟਰ ਤੁਸੀਂ ਵੇਖ ਪਾ ਰਹੇ ਹੋ ਨਾ ਜੀ। ਸੋ ਇੱਥੇ ਤੁਹਾਡਾ ਧਿਆਨ ਜ਼ਰੂਰ ਜਾਏਗਾ ਵੀ ਟਾਰਟਰਿਕ ਐਸਿਡ ਹੋਏਗਾ। ਨਹੀਂ, ਟਾਰਟਰਿਕ ਐਸਿਡ ਨਹੀਂ ਹੈਗਾ, ਦਿਸ ਇਜ਼ ਦਾ ਰੋਂਗ ਆਂਸਰ। ਇੱਥੇ ਆਂਸਰ ਆਊਗਾ ਆਕਜ਼ੈਲਿਕ ਐਸਿਡ। ਆਕਜ਼ੈਲਿਕ ਐਸਿਡ ਜਿਹੜਾ ਹੈ ਉਹ ਟਮਾਟਰ ਦੇ ਵਿੱਚ ਕਿਹੜਾ ਐਸਿਡ ਹੁੰਦਾ ਹੈ? ਆਕਜ਼ੈਲਿਕ ਐਸਿਡ ਹੁੰਦਾ ਹੈ। ਸੋ ਆਕਜ਼ੈਲਿਕ ਐਸਿਡ ਇਜ਼ ਦਾ ਰਾਈਟ ਆਂਸਰ। ਅੱਗੇ ਵਧਦੇ ਹਾਂ ਜੀ ਆਪਾਂ। ਥਰਡ ਕੁਐਸਚਨ ਇਜ਼ Na2CO3.10H2O। ਕਹਿੰਦਾ ਇਹ ਕੀ ਹੈ ਆਪਣੇ ਕੋਲ? ਇਹ ਕੀ ਚੀਜ਼ ਹੈ ਆਪਣੇ ਕੋਲ? ਵਾਟ ਇਜ਼ ਦਿਸ? ਇਹ ਕੀ ਚੀਜ਼ ਹੈ ਆਪਣੇ ਕੋਲ? ਇਹ ਵਾਸ਼ਿੰਗ ਸੋਡਾ ਹੈ, ਇਹ ਬੇਕਿੰਗ ਸੋਡਾ ਹੈ, ਇਹ ਬਲੀਚਿੰਗ ਪਾਊਡਰ ਹੈ ਜਾਂ ਟਾਰਟਰਿਕ ਐਸਿਡ ਹੈ? ਇਹ ਜੀ ਆਪਣੇ ਕੋਲ ਹੈ ਵਾਸ਼ਿੰਗ ਸੋਡਾ। ਵਾਸ਼ਿੰਗ ਸੋਡਾ ਹੁੰਦਾ ਹੈ ਜੀ ਇਹ Na2CO3। ਸੋਡੀਅਮ ਆਪਾਂ ਕਾਰਬੋਨੇਟ ਕਹਿੰਦੇ ਹਾਂ ਇਸ ਨੂੰ। ਸੋਡੀਅਮ ਕਾਰਬੋਨੇਟ ਜਿਹੜਾ ਹੈ ਇਹ ਵਾਸ਼ਿੰਗ ਸੋਡਾ ਹੈ। ਸੋ ਵਾਸ਼ਿੰਗ ਸੋਡਾ ਇਜ਼ ਦਾ ਰਾਈਟ ਆਂਸਰ। ਚੌਥੇ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ ਆਪਾਂ। ਫੋਰਥ ਕੁਐਸਚਨ, ਵੈਨ ਮੈਟਲ ਇਜ਼ ਰਿਐਕਟ ਵਿਦ ਐਸਿਡ ਵਿਚ ਗੈਸ ਇਜ਼ ਰਿਲੀਜ਼ਡ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਜਦੋਂ ਵੀ ਕੋਈ ਮੈਟਲ ਕਿਸੇ ਐਸਿਡ ਦੇ ਨਾਲ ਰਿਐਕਟ ਕਰਦੀ ਹੈ, ਕੋਈ ਧਾਤ ਜਦੋਂ ਕਿਸੇ ਤੇਜ਼ਾਬ ਨਾਲ ਰਿਐਕਟ ਕਰਦੀ ਹੈ ਤਾਂ ਕਿਹੜੀ ਗੈਸ ਨਿਕਲਦੀ ਹੈ? ਸੋ ਤੁਸੀਂ ਥੱਲੇ ਐਨੀਮੇਸ਼ਨ 'ਚ ਵੇਖ ਰਹੇ ਹੋ, ਦੇਖੋ ਨਾ ਜੀ, ਉਹ ਇੱਕ ਮੈਟਲ ਦੇ ਉੱਤੇ ਤੇਜ਼ਾਬ ਪਾ ਰਹੇ ਨੇ ਤਾਂ ਕੁਝ ਗੈਸਿਸ ਨਿਕਲ ਰਹੀਆਂ ਨੇ। ਸੋ ਪਲੀਜ਼ ਯਾਦ ਰੱਖੋ ਹਾਈਡਰੋਜਨ ਇਜ਼ ਦਾ ਰਾਈਟ ਆਂਸਰ। ਜਦੋਂ ਵੀ ਇੱਕ ਮੈਟਲ ਦੇ ਉੱਤੇ ਕੋਈ ਆਪਾਂ ਐਸਿਡ ਪੋਰ ਕਰਾਂਗੇ, ਐਸਿਡ ਪਾਵਾਂਗੇ ਤਾਂ ਕਿਹੜੀ ਗੈਸ ਨਿਕਲੇਗੀ ਜੀ? ਹਾਈਡਰੋਜਨ ਗੈਸ ਜਿਹੜੀ ਹੈ ਉਹ ਰਿਲੀਜ਼ ਹੋਏਗੀ। ਸੋ ਦਿਸ ਇਜ਼ ਦਾ ਰਾਈਟ ਆਂਸਰ। ਪੰਜਵਾਂ ਕੁਐਸਚਨ ਆ ਗਿਆ ਜੀ ਆਪਣੇ ਕੋਲੇ। ਦਿਸ ਇਜ਼ ਆਲਸੋ ਅ ਵੈਰੀ ਇੰਟਰਸਟਿੰਗ ਕੁਐਸਚਨ। ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ਡ ਐਜ਼ ਐਨ ਐਂਟਾਐਸਿਡ। ਦੇਖੋ ਜੀ, ਐਂਟਾਐਸਿਡ ਦਾ ਮਤਲਬ ਸਮਝ ਲਓ ਪਹਿਲਾਂ ਕੀ ਹੁੰਦਾ ਹੈ। ਵਟ ਇਜ਼ ਦਾ ਮੀਨਿੰਗ ਆਫ ਐਂਟਾਐਸਿਡ ਨਾ। ਆਮ ਤੌਰ 'ਤੇ ਤੁਹਾਨੂੰ ਤੁਸੀਂ ਸੁਣਿਆ ਹੋਇਆ ਵੀ ਮੇਰੇ ਨਾ ਢਿੱਡ 'ਚ ਐਸੀਡਿਟੀ ਹੋ ਗਈ ਹੈ। ਤੁਹਾਡੇ ਘਰ 'ਚ ਵੀ ਸ਼ਾਇਦ ਹੋ ਸਕਦਾ, ਤੁਹਾਡੇ ਪੇਰੈਂਟਸ ਨੂੰ ਕਿਸੇ ਨੂੰ ਐਸੀਡਿਟੀ ਆਮ ਤੌਰ 'ਤੇ ਹੋ ਜਾਂਦੀ ਹੈ, ਤੇਜ਼ਾਬ ਬਣ ਗਿਆ ਕਹਿੰਦੇ ਹਾਂ ਆਪਾਂ। ਸੋ ਉਸ ਤੇਜ਼ਾਬ ਨੂੰ ਘਟਾਉਣ ਵਾਸਤੇ ਆਪਾਂ ਇਨੂੰ ਪੀਂਦੇ ਹਾਂ, ਇਨੂੰ ਲੈਂਦੇ ਹਾਂ ਜਾਂ ਕੁਝ ਹੋਰ ਚੀਜ਼ ਯੂਜ਼ ਕਰਦੇ ਹਾਂ ਆਪਾਂ। ਉਹਨੂੰ ਬੋਲਦੇ ਆ ਐਂਟਾਐਸਿਡ, ਜੋ ਐਸਿਡ ਦੇ ਇਫੈਕਟ ਨੂੰ ਖਤਮ ਕਰੇਗਾ। ਐਂਟਾ ਮਤਲਬ ਹੁੰਦੇ ਐਂਟੀ, ਉਲਟਾ। ਹੁਣ ਇਹ ਆਪਸ਼ਨ 'ਚ ਕੀ ਕਹਿ ਰਿਹਾ ਜੀ? ਕਹਿੰਦਾ ਜੀ ਐਸਟਿਕ ਐਸਿਡ। ਐਸਟਿਕ ਐਸਿਡ ਇਹ ਤਾਂ ਆਪ ਹੀ ਤੇਜ਼ਾਬ ਹੈਗਾ, ਇਹਨੇ ਥੋੜ੍ਹੇ ਤੇਜ਼ਾਬ ਨੂੰ ਖਤਮ ਕਰ ਦੇਣਾ। ਇਹ ਤਾਂ ਗਲਤ ਹੈ ਜੀ ਆਪਸ਼ਨ ਆਪਣੇ ਕੋਲ। ਤੁਸੀਂ ਵੇਖੋਗੇ ਇਸ ਕੁਐਸਚਨ ਦੇ ਵਿੱਚ ਤਾਂ ਇਸ ਕੁਐਸਚਨ ਦੇ ਵਿੱਚ ਆਂਸਰ ਛਿਪਿਆ ਹੋਇਆ ਹੈ। A, C ਅਤੇ D ਤਿੰਨੋਂ ਆਪਸ਼ਨ ਦੇ ਵਿੱਚ ਐਸਿਡ ਹੈਗੇ ਨੇ। ਇਹ ਐਸਿਡ ਤਾਂ ਥੋੜ੍ਹੇ ਐਸਿਡ ਨੂੰ ਖਤਮ ਕਰ ਦੇਣਗੇ। ਡੈਫੀਨੇਟਲੀ ਸੋਡੀਅਮ ਬਾਈਕਾਰਬੋਨੇਟ ਜਿਹੜਾ ਹੈ ਉਹ ਰਾਈਟ ਆਂਸਰ। ਸੋਡੀਅਮ ਬਾਈਕਾਰਬੋਨੇਟ ਜਿਹੜਾ ਉਹ ਐਂਟਾਐਸਿਡ ਦੇ ਤੌਰ 'ਤੇ ਵਰਤਿਆ ਜਾਏਗਾ। ਠੀਕ ਹੈ ਜੀ, ਠੀਕ ਹੈ ਬੱਚੋਂ। ਲੈਟ ਅਸ ਮੂਵ ਔਨ ਟੂ ਦਾ ਨੈਕਸਟ ਕੁਐਸਚਨ। ਦਿਸ ਇਜ਼ ਆਲਸੋ ਅ ਵੈਰੀ ਇੰਟਰਸਟਿੰਗ ਕੁਐਸਚਨ। ਦੇਖੋ ਸੋਚ ਰਿਹਾ ਬੰਦਾ ਥੱਲੇ ਬੈਠਾ ਨਾ।
So question is which one of the following which one of the given is a pH value of pure water। ਹੁਣ ਇਹ pH ਵੈਲਿਊ ਕੀ ਹੁੰਦੀ ਹੈ ਤੁਹਾਨੂੰ ਮੈਂ ਦੱਸ ਦਵਾਂ। pH ਇੱਕ ਸਕੇਲ ਹੁੰਦੀ ਹੈ, ਠੀਕ ਹੈ ਜੀ। ਇਹ 0 ਤੋਂ ਸਟਾਰਟ ਹੁੰਦੀ ਹੈ ਔਰ 14 ਤੱਕ ਜਾਂਦੀ ਹੈ। ਸੋ ਜਿਹੜਾ 7 ਹੁੰਦਾ ਹੈ ਇਹ ਨਿਊਟਰਲ ਜਿਹੜੀ ਚੀਜ਼ ਹੁੰਦੀ ਹੈ 7 ਹੁੰਦਾ ਹੈ ਆਪਣੇ ਕੋਲ। ਸੋ ਉਹਨੇ ਕਿਹਾ ਪਿਓਰ ਵਾਟਰ ਕੀ ਦੀ pH ਵੈਲਿਊ ਕਿੰਨੀ। ਹੁਣ ਪਿਓਰ ਵਾਟਰ ਤਾਂ ਦੇਖੋ ਤਿੰਨ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਉਹ ਐਸਿਡਿਕ ਹੈਗੀ ਹੈ, ਤੇਜ਼ਾਬੀ ਹੈਗੀ ਹੈ, ਜਾਂ ਉਹ ਬੇਸਿਕ ਹੈ ਖਾਰੀ ਹੈਗੀ ਹੈ, ਜਾਂ ਕੁਝ ਵੀ ਨਹੀਂ, ਨਾ ਐਸਿਡ ਹੈ ਨਾ ਬੇਸਿਕ ਹੈ। ਸੋ ਪਿਓਰ ਵਾਟਰ ਕਿਉਂਕਿ ਕੁਝ ਵੀ ਨਹੀਂ ਹੈਗਾ, ਨਾ ਐਸਿਡ ਹੈ ਨਾ ਬੇਸ ਹੈ, ਸੋ ਅਲਟੀਮੇਟਲੀ ਇਸ ਦਾ ਜਿਹੜਾ ਆਨਸਰ ਹੈ ਉਹ 7 ਆਏਗਾ ਆਪਣੇ ਕੋਲ। ਸੋ 7 ਇਜ਼ ਦਾ ਰਾਈਟ ਆਨਸਰ। pH ਸਕੇਲ ਬੋਲਦੇ ਉਹਨੂੰ ਆਪਾਂ, pH ਵੈਲਿਊ ਬੋਲਦੇ ਹਾਂ, ਹਰ ਚੀਜ਼ ਦੀ pH ਵੈਲਿਊ ਹੁੰਦੀ ਹੈ। ਸੋ ਦਿਸ ਇਜ਼ ਯੂਰ ਕੁਐਸਚਨ ਨੰਬਰ 6। ਕੁਐਸਚਨ ਨੰਬਰ 7 ਆ ਗਿਆ ਜੀ। ਵਿਚ ਵਨ ਆਫ ਦ ਗਿਵਨ ਇਜ਼ ਕਾਮਨਲੀ ਨੋਨ ਐਜ਼ ਬਲੂ ਵਿਟਰੀਓਲ। ਕਹਿੰਦਾ ਹੈ ਨੀਲਾ ਥੋਥਾ ਇਹਨਾਂ ਵਿੱਚੋਂ ਕਿਹੜਾ ਹੈ। ਤੁਸੀਂ ਸੁਣਿਆ ਹੋਣਾ ਇੱਕ ਸ਼ਬਦ ਨੀਲਾ ਥੋਥਾ, ਨੀਲਾ ਥੋਥਾ ਕਹਿੰਦੇ ਹਾਂ ਆਪਾਂ ਆਮ ਤੌਰ 'ਤੇ। पोटाशियम नाइट्रेट है, कॉपर सल्फेट है, सोडियम कार्बोनेट है, पोटाशियम नाइट्रेट है। 2 बार आ गया पोटाशियम नाइट्रेट। सो पोटाशियम नाइट्रेट तो नहीं है, 2 बार ऑप्शन देती। देखो सोडियम कार्बोनेट भी नहीं है नीला थोता। कॉपर सल्फेट, दिस इज़ द राइट आंसर ना। कॉपर सल्फेट जोड़ा है वो राइट आंसर है अपने को। नीला थोथा कहने आप इसनूं कॉपर सल्फेट नूं। और एक जहर होंदा है, दिस इज़ पॉइजनस होंदा है। इसनूं फंजीसाइड के तौर पर भी इस्तेमाल किया जाता है। मैं शायद पहला भी तुहानूं दस्सिया सी कि पुराने टाइम के जो किताबां दी असीं करदे हुंदे सी, उहनूं जिलता चढ़ाते हुंदे सी, तां उहदे उत्ते असीं लई बनाते सी, आटे की लई। गूंद उत्ते गूंद उस टाइम घੱਟ ਹੁੰਦਾ ਸੀ, आटे नाल असीं पिंदे सी चीज़ां नूं, आटे नूं पानी 'ਚ पिओ के। पर क्योंकि आटा एक खाने वाली चीज़ है तो कीड़े मकोड़े उहदे कोल आ जाते सी, सो उस बचण वास्ते उस आटे ਦੇ ਵਿੱਚ कॉपर सल्फेट ਪਾ ਦਿੱਤਾ ਜਾਂਦਾ ਸੀ ਤਾਂ ਕਿ ਕੀੜੇ ਉਸ ਨੂੰ ਨਾ ਖਾਣ। ਸੋ ਜ਼ਹਿਰ ਹੁੰਦਾ ਹੈ ਜੀ ਬਲੂ ਵਿਟਰੋਲ, ਨੀਲਾ ਥੋਥਾ ਵੀ ਆਪਾਂ ਇਸ ਨੂੰ ਕਹਿੰਦੇ ਹਾਂ। ਵਿਚ ਐਸਿਡ ਇਨ ਕੋਲਾ ਟੂ ਗਿਵ ਇਟਸ ਬਾਈਟਿੰਗ ਸ਼ਾਰਪ ਟੇਸਟ। ਜਦੋਂ ਆਪਾਂ ਕੋਈ ਕੋਲਡ ਡਰਿੰਕ ਪੀਂਦੇ ਹਾਂ ਹੈ ਨਾ, ਤਾਂ ਮੂੰਹ 'ਚੋਂ ਇੱਕ ਐਂ ਤਿੱਖਾ ਤਿੱਖਾ ਟੇਸਟ ਜਿਹਾ ਆਉਂਦਾ ਨਾ, ਚੁਭਦਾ ਆਪਾਂ ਅੱਛਾ ਲੱਗਦਾ ਆਪਾਂ ਨੂੰ। ਸੋ ਕਿਹੜਾ ਟੈਸਟ ਉਹ ਕਿਹੜੇ ਐਸਿਡ ਦੇ ਕਰਕੇ ਹੁੰਦਾ ਹੈ। सल्फ्यूरिक एसिड ना जी ना, सल्फ्यूरिक एसिड बहुत खतरनाक होता है जी, इट्स वेरी डेंजरस, खा ही नहीं सकते आप। एवं हाइड्रोक्लोरिक एसिड भी नहीं खा सकते आप क्योंकि मिनरल एसिड है। लैक्टिक एसिड जो होंगे वो दुध नाल संबंधित है। लैक्टिक नूं तुसीं दुध नाल जोड़ लो, जिवें दुध नूं दही च कन्वर्ट करता है लैक्टोबैसिलस। सो लैक्टिक एसिड दुध के नाल संबंधित है। तो डेफिनेटली इत्थे आंसर क्या होगा, टार्टरिक एसिड ही इसका आंसर आऊगा जी। सो टार्टरिक एसिड इज द राइट आंसर। आगे आ गया जी विच वन इज़ डिफरेंट फ्रॉम द अदर्स। ये ना थोड़ी डायग्राम गड़बड़ होगी, मैं बोल देना ऑप्शन किहड़े हैं। नाइट्रिक एसिड, सल्फ्यूरिक एसिड, टार्टरिक एसिड और हाइड्रोक्लोरिक एसिड। इन्हां विच कहंदा अलग किहड़ा है। देखो इहदे विच 3 जिहड़े ने वो ऑर्गैनिक एसिड ने, 3 जिहड़े ने वो मिनरल एसिड ने और एक ऑर्गैनिक है। नाइट्रिक एसिड, सल्फ्यूरिक एसिड और हाइड्रोक्लोरिक एसिड ये मिनरल एसिड है ने, ये लिविंग थिंग तो नहीं मिलते आपको। सो इसका आंसर क्या आऊगा, तो आंसर विल बी टार्टरिक एसिड इज़ द राइट आंसर जी। ठीक है जी, अगे चलते हैं आप नैक्सट क्वेश्चन ते। जी मूँह च पानी आया कि नहीं आया। विनेगर इज़ यूज इन पिकलिंग एज इट। हुण विनेगर यानी सिरका आप अचार च पाने, क्यों पाने, कहता मेक पिकल टेस्टी, अचार स्वाद बन जाता है कहता जी। प्रिवेंट ड्राइंग ऑफ पिकल, अचार नूं सुक्कण नहीं देंदा। प्रिवेंट ग्रोथ ऑफ माइक्रोब्स, जिहड़े सूक्ष्म जीवां की ग्रोथ नूं रोकदा है, या इनक्रीज द ग्रोथ ऑफ माइक्रोब्स, वधांदा है ग्रोथ नूं। नहीं जी, ये ना माइक्रोब की ग्रोथ नूं घटांदा है। देखो माइक्रोब की जो ग्रोथ नहीं होएगी तो नैचुरली जिहड़ा अचार और लंबे समय तक अपना प्रिजर्व रहेगा, डेफिनेटली अपने काम भी आएगा जी। ज़्यादा लंबे समय तक आप इसमें यूज़ कर सकते हैं, खराब नहीं होएगा। सो 10 क्वेश्चन सी जी, आई होप तुहानूं सारिਆਂ ਨੂੰ अच्छे लगे होणगे। सो इस तरह के होर MCQs ਦੇ ਨਾਲ ਤੁਸੀਂ जुड़े रहो चैनल ਦੇ ਨਾਲ। ਆਪਾਂ ਅੱਗੇ भी ਐਵੇਂ ਚੱਲਦੇ ਰਹਾਂਗੇ। जो ਸਿਲੇਬਸ ਦੇ ਵਿੱਚ ਆਪਣੇ ਸੈਕਿੰਡ ਟਰਮ 'ਚ ਆਏਗਾ ਆਪਾਂ ਉਹਦੇ ਹੀ MCQs ਕਰਾਂਗੇ ਤਾਂ ਕਿ ਤੁਹਾਡੀ NTSC ਦੀ ਤਿਆਰੀ ਵੀ ਹੁੰਦੀ ਰਹੇ ਔਰ ਨਾਲ ਦੇ ਨਾਲ ਤੁਹਾਡਾ ਜਿਹੜਾ ਸਿਲੇਬਸ ਦੇ ਨਾਲ ਰਿਲੇਟਡ ਵੀ ਕੰਮ ਆਪਣਾ ਜਿਹੜਾ ਚੱਲਦਾ ਰਹੇ। ਸੋ ਸਟੇ ਟਿਊਨਡ ਜੀ, ਚੈਨਲ ਨਾਲ ਜੁੜੇ ਰਹੋ। ਥੈਂਕ ਯੂ ਵੈਰੀ ਮਚ। ਫਿਰ ਮਿਲਾਂਗੇ ਜਲਦੀ, ਤਦ ਤੱਕ ਦੇ ਲਈ ਸਟੇ ਸੇਫ, ਸਟੇ ਹੈਲਦੀ।